इतिहास के अंदर कहते हैं कि बहुगुणी अलाव है, सुत ना पढ़ाव है। बहुते अपने आप नूं गुणी अलाउंदे हन, दसदे हन, कथन करदे मैं गुणवान हाँ, ते अपने पुत्र नूं नहीं पढ़ाउंदा है। सो शत्रु समतात ते ओ पिता बाबा कालू जी कहते शत्रु वांग है, ਉਹ बैरी वांग है। पिता भावें गुणी कहता है, अपने आप नूं सियाणा आखदा है, फिर भी कहते ਉਹ पिता बैरी वांग है ਜਿਹੜਾ अपने पुत्र ਨੂੰ ਪੜ੍ਹਾਉਂਦਾ नहीं है। शोभा नह पावै मत नह जावै, ਤੇ ਉਹਨਾਂ ਦੀ ਸ਼ੋਭਾ ਨਹੀਂ ਹੁੰਦੀ ਹੈ ਸੰਸਾਰ ਦੇ ਅੰਦਰ, ਵਡਿਆਈ ਜਸ ਨਹੀਂ ਆਉਂਦੀ, ਤੇ ਇਸ ਤਰ੍ਹਾਂ ਮਤ ਵੀ ਬੁੱਧੀ ਵੀ ਨਹੀਂ ਆਉਂਦੀ ਹੈ। ਉਹਨਾਂ ਨੂੰ ਸ਼ੁਭ ਅਸ਼ੁਭ ਦਾ ਗਿਆਨ ਵੀ ਨਹੀਂ ਪਤਾ ਹੁੰਦਾ ਹੈ। ਸੋ ਸ਼ੋਭਾ ਨਹਿ ਪਾਵੈ, ਉਰਸਾਂ ਦੀ ਸ਼ੋਭਾ ਜਗਤ ਦੇ ਸੰਸਾਰ ਦੇ ਵਿੱਚ ਨਹੀਂ ਪ੍ਰਾਪਤ ਕਰਦੇ ਹਨ, ਤੇ ਸ਼ੁਭ ਮਤੀ ਵੀ ਨਹੀਂ ਆਉਂਦੀ ਹੈ। ਜਗ ਮੈਂ ਇਹ ਬਖਿਆਤ, ਤੇ ਜਗਤ ਸੰਸਾਰ ਦੇ ਅੰਦਰ ਇਹ ਪ੍ਰਗਟ ਗੱਲ ਹੈ ਕਿ ਉਹਨਾਂ ਨੇ ਕਦੇ ਵੀ ਵਡਿਆਈ ਨੂੰ ਪ੍ਰਾਪਤ ਨਹੀਂ ਕੀਤੀ, ਉਹਨਾਂ ਦਾ ਮਾਨ ਸਤਿਕਾਰ ਆਦਰ ਨਹੀਂ ਹੋਇਆ ਜਿਨ੍ਹਾਂ ਨੇ ਵਿਦਿਆ ਨਹੀਂ ਪੜ੍ਹੀ ਹੈ। ਸੋ ਇਸ ਪ੍ਰਕਾਰ ਵਿਦਿਆ ਨੂੰ ਉੱਤਮ ਦਰਸਾਉਂਦੇ ਹੋਏ ਬਾਬਾ ਕਾਲੂ ਜੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਪਾਂਧੇ ਕੋਲ ਲੈ ਕੇ ਜਾਣਗੇ। ਸੋ ਇਸ ਤਰ੍ਹਾਂ ਜਿਹੜੀ ਵਿਦਿਆ ਹੈ ਇਹ ਗੁਰਬਾਣੀ ਦੇ ਅੰਦਰ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਗੁਰੂ ਦੀ ਕਿਰਪਾ ਦੁਆਰਾ ਗੁਰਬਾਣੀ ਨੂੰ ਪੜ੍ਹ ਵਿਚਾਰ ਕਰਕੇ ਕਹਿੰਦੇ ਮਾਨ ਆਦਰ ਸਤਿਕਾਰ ਨੂੰ ਪ੍ਰਾਪਤ ਕਰਦਾ ਹੈ ਮਨੁੱਖ। ਗੁਰ ਪ੍ਰਸਾਦੀ ਵਿਦਿਆ ਵਿਚਾਰੈ ਪੜ੍ਹ ਪੜ੍ਹ ਪਾਵੈ ਮਾਨ। ਕਿ ਗੁਰੂ ਦੀ ਕਿਰਪਾ ਦੁਆਰਾ ਜਦੋਂ ਪੜ੍ਹਦਾ ਹੈ ਮਨੁੱਖ, ਅਭਿਆਸ ਕਰਦਾ ਹੈ, ਪਰਉਪਕਾਰੀ ਜੀਵਨ ਬਣਾਉਂਦਾ ਹੈ, ਉਸ ਵਕਤ ਬਹੁਤੇ ਮਾਨ ਸਤਿਕਾਰ ਨੂੰ ਪ੍ਰਾਪਤ ਕਰਦਾ ਹੈ। ਸੋ ਧਾਰਮਿਕ ਸ਼ਾਸਤਰਾਂ ਗ੍ਰੰਥਾਂ ਦੇ ਅੰਦਰ ਵੀ ਲਿਖਿਆ ਹੈ, ਕਿਉਂਕਿ ਜਿਸ ਪ੍ਰਕਾਰ ਸਾਰ ਕਿਤਾਬਲੀ ਦੇ ਅੰਦਰ ਲਿਖਿਆ ਕਹਿੰਦੇ ਪੁਰਖ ਅਸ਼ਾਸਤਰੀ ਕਿਆ ਲਖੈ, ਗੁਣ ਦੋਖਣ ਕੀ ਅੰਧ, ਰੂਪ ਭੇਦ ਅਧਿਕਾਰ ਕੋ ਕਿਆ ਪ੍ਰਾਪਤ ਹੋਵੇ ਅੰਧ। ਕਹਿੰਦੇ ਅਸ਼ਾਸਤਰੀ ਪੁਰਖ ਜੋ ਹੈ, ਅਨਪੜ੍ਹ ਮਨੁੱਖ ਕੀ ਜਾਣ ਸਕਦਾ ਸ਼ੁਭ ਅਸ਼ੁਭ ਚੰਗਾ ਮਾੜਾ, ਉਸਨੂੰ ਗਿਆਨ ਹੀ ਨਹੀਂ ਹੁੰਦਾ। ਜਿਸ ਤਰ੍ਹਾਂ ਰੂਪ ਦਾ ਰੰਗ ਕਾਲਾ ਹੈ ਜਾਂ ਗੋਰਾ ਹੈ, ਕਹਿੰਦੇ ਦਰਪਣ ਸ਼ੀਸ਼ੇ ਕੋਲ ਅੰਨਾ ਮਨੁੱਖ ਚਲਿਆ ਜਾਵੇ ਤੇ ਦੇਖੇ ਤੇ ਉਸ ਨੂੰ ਕੀ ਪ੍ਰਾਪਤ ਹੋ ਸਕਦਾ ਹੈ, ਕੀ ਉਸ ਵਿੱਚ ਦੇਖ ਸਕਦਾ, ਭਾਵ ਕੁਝ ਨਹੀਂ। ਸੋ ਇਸ ਤਰ੍ਹਾਂ ਅਸ਼ਾਸਤਰੀ ਪੁਰਸ਼ ਜਿਹੜਾ ਹੈ ਉਸਨੂੰ ਚੰਗਾ ਮਾੜਾ ਦਾ ਗਿਆਨ ਨਹੀਂ ਹੁੰਦਾ, ਕਿਉਂਕਿ ਜਦੋਂ ਵਿਦਿਆ ਦੇ ਅੰਦਰ ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੱਸਿਆ ਤੇ ਗੁਰੂ ਸਾਹਿਬਾਨਾਂ ਨੇ ਆਪ ਸੰਸਾਰ ਦੇ ਵਿੱਚ ਪੜ੍ਹਾਉਣ ਦੇ ਵਾਸਤੇ ਆਪਣੇ ਖਾਲਸਾ ਪੰਥ ਨੂੰ ਜਿਸ ਤਰ੍ਹਾਂ ਪੜ੍ਹਨ ਪੜ੍ਹਾਉਣ ਵਾਸਤੇ ਸਿੰਘਾਂ ਨੂੰ ਭੇਜਿਆ, 5 ਸਿੰਘਾਂ ਨੂੰ ਕਾਸ਼ੀ ਦੇ ਵਿੱਚ ਕਿ ਵਿਦਿਆ ਪੜ੍ਹ ਕੇ ਆਓ। ਸੋ ਉਹ ਆ ਕਰਕੇ ਸੰਸਕ੍ਰਿਤ ਦੀ ਜੋ ਬੜੀ ਭਾਰੀ ਵਿਦਿਆ ਮਹਾਨ ਹੈ, ਉਹ ਬੜੇ ਪੜ੍ਹਾਏ ਸਿੰਘਾਂ ਨੂੰ ਹਜੇ ਤੱਕ ਪੜ੍ਹਾ ਰਹੇ ਹਨ। ਸੋ ਸਤਿਗੁਰਾਂ ਪਾਸ ਇਤਨੇ ਕਵੀ ਲੋਕ ਹੁੰਦੇ ਸਨ, ਇੰਨੇ ਸਿਆਣੇ ਪੜ੍ਹੇ ਲਿਖੇ ਕੋਲ ਹੁੰਦੇ ਸਨ। ਸੋ ਇਸ ਤੋਂ ਭਾਵ ਵੀ ਇਹ ਸੀ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੇਂ ਗੁਰੂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਤੱਕ ਪੜ੍ਹਾਈ ਨੂੰ ਮਹਾਨਤਾ ਦਿੰਦੇ ਰਹੇ ਹਨ। ਤੇ ਗੁਰੂ ਨਾਨਕ ਦੇਵ ਜੀ ਜਿਸ ਤਰ੍ਹਾਂ ਕਥਾ ਜਿਹੜੀ ਚੱਲ ਰਹੀ ਹੈ, ਇਸ ਦੇ ਅੰਦਰ ਹੁਣ ਆਪ ਪੜ੍ਹਨ ਗਏ ਪਾਂਧੇ ਕੋਲ ਤੇ ਇੱਕ ਦਿਨ ਪੜ੍ਹੇ ਹਨ ਜਾ ਕਰਕੇ, ਭਾਵੇਂ ਅੱਗੇ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਉਪਦੇਸ਼ ਇੱਥੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਤੇ ਉੱਥੇ ਪਾਂਧੇ ਕੋਲ ਹੀ ਜਾ ਕਰਕੇ ਕੀਤਾ। ਪਹਿਲੀ ਜਿਹੜੀ ਗੁਰਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮੁਖਾਰਬਿੰਦ ਤੋਂ ਉਚਾਰਨ ਕਰਦੇ ਹਨ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਉਹ ਪਾਂਧੇ ਕੋਲ ਹੀ ਜਿਹੜੀ ਉਚਾਰਨ ਕੀਤੀ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਆਪ ਭਾਵੇਂ ਨਾਰਾਇਣ ਦੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਸਨ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਫਿਰ ਵੀ ਪੜ੍ਹਨ ਵਾਸਤੇ ਆਪਾਂ ਨੂੰ ਸਿੱਖਿਆ ਦੇਣ ਵਾਸਤੇ ਪਾਂਧੇ ਕੋਲ ਗਏ, ਪਿਤਾ ਬਾਬਾ ਕਾਲੂ ਜੀ ਦੇ ਨਾਲ ਗਏ।
ਸੋ ਇਸ ਤਰ੍ਹਾਂ ਵਿਦਿਆ ਦੀ ਬੜੀ ਮਹਾਨਤਾ ਹੈ। ਧਾਰਮਿਕ ਸ਼ਾਸਤਰਾਂ ਗ੍ਰੰਥਾਂ ਦੇ ਅੰਦਰ ਵੀ ਲਿਖਿਆ ਹੈ। ਕਹਿੰਦੇ ਜਿਸ ਤਰ੍ਹਾਂ ਇੱਕ ਮੂਰਖ ਬੰਦਾ ਹੈ ਉਹ ਘਰ ਦੇ ਵਿੱਚ ਪੂਜਿਆ ਜਾਂਦਾ ਹੈ, ਕਿਉਂਕਿ ਘਰਦਿਆਂ ਨੂੰ ਪਤਾ ਹੁੰਦਾ ਕਿ ਇਸ ਦੀ ਗੱਲ ਨਹੀਂ ਮੰਨੀ ਤੇ ਇਹ ਕੁਝ ਚੱਕ ਕਰਕੇ ਮਾਰੇਗਾ ਸਿਰ 'ਤੇ, ਸੋ ਸਾਰੇ ਉਸ ਦੀ ਗੱਲ ਨੂੰ ਮੰਨਦੇ ਨੇ। ਸੋ ਜਿਸ ਤਰ੍ਹਾਂ ਗ੍ਰੰਥਾਂ ਵਿੱਚ ਲਿਖਿਆ ਹੈ, ਮੂਰਖ ਮੁਗਧ ਪੂਜ ਨਿਜ ਧਾਮ ਮੈਂ, ਪ੍ਰਭੂ ਪੂਜ ਜੋ ਹੈ ਨਗਰ। ਜਿਹੜਾ ਸਰਪੰਚ ਹੁੰਦਾ ਉਹ ਆਪਣੇ ਘਰ ਆਪਣੇ ਪਿੰਡ ਦੇ ਵਿੱਚ ਪੂਜਿਆ ਜਾਂਦਾ ਹੈ ਅਤੇ ਮੁਗਧ ਆਪਣੇ ਘਰ ਦੇ ਵਿੱਚ ਪੂਜਿਆ ਜਾਂਦਾ ਹੈ। ਅਤੇ ਭੂਪ ਪੂਜ ਸਵੈ ਦੇਸ ਮੈਂ, ਰਾਜਾ ਜਿਹੜਾ ਹੈ ਆਪਣੇ ਦੇਸ਼ ਦੇ ਵਿੱਚ ਉਸਦਾ ਹੁਕਮ ਚੱਲਦਾ ਹੈ, ਉਹ ਪੂਜਿਆ ਜਾਂਦਾ, ਉਸਦੇ ਮੰਨਦੇ ਨੇ ਰਾਜੇ ਨੂੰ। ਪਰ ਪੂਜਸ ਗੁਣੀ ਸਮਗਰ, ਜੋ ਗੁਣਵਾਨ ਹੈ ਪੜ੍ਹਿਆ ਲਿਖਿਆ ਪੁਰਸ਼, ਉਹ ਕਹਿੰਦੇ ਜਿੱਥੇ ਵੀ ਚਲਿਆ ਜਾਵੇ ਉਸਦੀ ਉਹ ਗੱਲ ਮੰਨੀ ਜਾਂਦੀ ਹੈ, ਕਿਉਂਕਿ ਪੜ੍ਹਿਆ ਲਿਖਿਆ ਵਿਦਵਾਨ ਹੈ, ਉੱਥੇ ਉਸਦੀ ਪੂਜਾ ਸੋਭਾ ਆਦਰ ਸਤਿਕਾਰ ਹੁੰਦੇ ਹਨ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਬਾਣੀ ਅੰਦਰ ਵੀ ਦੱਸਿਆ ਕਿ ਮਨੁੱਖਾਂ ਨੂੰ ਜਿਸ ਤਰ੍ਹਾਂ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਹੀ ਬਚਨ ਆਉਂਦੇ ਹਨ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਜਦੋਂ ਪਰਉਪਕਾਰ ਦਾ ਕਾਰਜ ਵਿਦਿਆ ਪੜ੍ਹ ਕੇ ਹੀ ਮਨੁੱਖ ਕਰਦਾ ਹੈ, ਤੇ ਜਾਂ ਵਿਦਿਆ ਪੜ੍ਹੀ ਹੈ ਅਤੇ ਪਰਉਪਕਾਰ ਦਾ ਕਾਰਜ ਕਰੇ। ਸਤਿਗੁਰੂ ਸਾਹਿਬ ਜੀ ਦੇ ਹੋਰ ਵੀ ਬਚਨ ਆਉਂਦੇ ਹਨ ਗੁਰਬਾਣੀ ਅੰਦਰ ਕਿ ਮਨੁੱਖ ਸੰਗਤ ਕਰੇ ਅਤੇ ਉਦੋਂ ਵੀ ਕਹਿੰਦੇ ਪੜ੍ਹਿਆ ਪਾਸ ਬੈਠਣਾ ਚਾਹੀਦਾ। ਪੜ੍ਹੇ ਲਿਖੇ ਜਿਹੜੇ ਕੋਲ ਹਨ, ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਆਉਂਦੇ ਹਨ ਗੁਰਬਾਣੀ ਅੰਦਰ, ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆ ਪਾਸ, ਕਿ ਸੰਗਤ ਕਰਨੀ ਹੈ, ਬੈਠਣਾ ਹੈ। ਅਤੇ ਕਹਿੰਦੇ ਪੜ੍ਹੇ ਲਿਖੇ ਜਿਹੜੇ ਵਿਦਵਾਨ ਨੇ, ਜਿਹੜੇ ਸ਼ੁਭ ਚੰਗੀ ਗੱਲ ਦੱਸਦੇ ਹਨ, ਕਹਿੰਦੇ ਉਹਨਾਂ ਕੋਲ ਬੈਠੋ, ਕਿਉਂਕਿ ਉਹਨਾਂ ਕੋਲ ਬੈਠਣ ਦੇ ਨਾਲ ਗੁਰੂ ਦੀ ਮਤੀ ਜੋ ਪ੍ਰਾਪਤ ਹੁੰਦੀ ਹੈ, ਕੋਈ ਸਿੱਖਿਆ ਕੋਈ ਚੰਗੀ ਗੱਲ ਦੱਸੂਗਾ। ਇਸ ਪ੍ਰਕਾਰ ਉਹਨਾਂ ਕੋਲ ਪੜ੍ਹੇ ਲਿਖੇ ਕੋਲ ਬੈਠਣਾ ਚਾਹੀਦਾ ਹੈ। ਪਰ ਉੱਥੇ ਗੁਰਬਾਣੀ ਦੇ ਅੰਦਰ ਜਾਂ ਇਤਿਹਾਸ ਅੰਦਰ, ਧਾਰਮਿਕ ਗ੍ਰੰਥਾਂ ਅੰਦਰ ਪੜ੍ਹਨ ਦੇ ਤਰੀਕੇ ਵੀ ਜਿਸ ਤਰ੍ਹਾਂ ਦੱਸੇ, ਜਾਂ ਇਹ ਵੀ ਦੱਸਿਆ, ਕਹਿੰਦੇ ਵਿਦਿਆ ਗਿਆਨ ਤੋਂ ਬਿਨਾਂ ਮਨੁੱਖ ਜੋ ਹੈ ਪਸ਼ੂ ਵਾਂਗ ਹੁੰਦਾ ਹੈ। ਜਿਸ ਤਰ੍ਹਾਂ ਗ੍ਰੰਥਾਂ ਦੇ ਵਿੱਚ ਆਇਆ ਕਿ ਨਿੰਦਰਾ ਭੋਜਨ ਭੋਗ ਪੈ, ਇਹ ਪਸ਼ੂ ਪੁਰਖ ਸਮਾਨ, ਨਰਨ ਗਿਆਨ ਨਿਜ ਅਲਕਤਾ, ਗਿਆਨ ਬਿਨਾ ਪਸ ਜਾਨ। ਕਹਿੰਦੇ ਸੋਣਾ ਪਦਾਰਥ ਛਕਣੇ ਜਾਂ ਇਸ ਪ੍ਰਕਾਰ ਇਹ ਜਿਹੜੀਆਂ ਕਿਰਿਆਵਾਂ ਹਨ, ਇਹ ਕਹਿੰਦੇ ਇਹ ਤਾਂ ਪਸ਼ੂਆਂ ਵਾਂਗ ਨੇ। ਉਹ ਵੀ ਪਸ਼ੂ ਵੀ ਸੌਂਦੇ ਨੇ, ਮਨੁੱਖ ਵੀ ਸੌਂਦਾ ਹੈ, ਉਹ ਵੀ ਛਕਦੇ ਨੇ, ਮਨੁੱਖ ਵੀ ਛਕਦਾ ਹੈ ਕੁਝ। ਸੋ ਇਸ ਪ੍ਰਕਾਰ ਇਹ ਸਮਾਨ ਗੁਣ ਹੈ। ਮਨੁੱਖ ਦੀ ਵਿਸ਼ੇਸ਼ਤਾ ਹੀ ਕੀ ਹੈ? ਕਹਿੰਦੇ ਨਰਨ ਗਿਆਨ ਨਿਜ ਅਧਿਕਤਾ, ਮਨੁੱਖਾਂ ਦੇ ਵਿੱਚ ਅਧਿਕ ਗਿਆਨ ਇਹ ਹੀ ਹੈ ਕਿ ਉਹ ਗਿਆਨਵਾਨ ਆਤਮਿਕ ਗਿਆਨੀ ਹੋਵੇ, ਆਪਣੇ ਆਪ ਨੂੰ ਜਾਣਦਾ ਹੈ, ਸ਼ੁਭ ਵਿਚਾਰਾਂ ਕਰੇ, ਵਾਹਿਗੁਰੂ ਪਰਮੇਸ਼ਰ ਪਰਮਾਰਥ ਦੀਆਂ ਗੱਲਾਂ ਕਰੇ। ਸੋ ਉਸ ਦੇ ਵਿੱਚ ਹੀ ਅਧਿਕ ਫਲ ਹੈ ਮਨੁੱਖ ਦੇ ਅੰਦਰ। ਨਹੀਂ ਤਾਂ ਕਹਿੰਦੇ ਜਿਨ੍ਹਾਂ ਦੇ ਅੰਦਰ ਨਹੀਂ ਹੈ ਅਤੇ ਉਹ ਨਿੰਦਰਾ ਭੋਜਨ ਭੋਗ ਪਏ, ਇਹ ਪਸ਼ੂ ਪੁਰਖ ਸਮਾਨ, ਕਹਿੰਦੇ ਇਹ ਪਸ਼ੂਆਂ ਦੇ ਜੋ ਬਰਾਬਰ ਹੈ ਇਹ ਗੁਣ ਹੈ। ਸੋ ਸ਼ਾਸਤਰ ਪੜ੍ਹ ਕਰਕੇ ਜੋ ਸਹੀ ਪਾਸੇ ਪਰਮਾਰਥ ਦੇ ਅੰਦਰ ਪਰਉਪਕਾਰ ਵਾਲਾ ਜੀਵਨ ਬਣਾਉਣਾ ਚੱਲਣਾ, ਕਿਉਂਕਿ ਸ਼ਾਸਤਰ ਵੀ ਪੜ੍ਹਨੇ ਗੁਰਬਾਣੀ ਦੇ ਅੰਦਰ ਗੁਰੂ ਸਾਹਿਬਾਨ ਨੇ ਦੱਸਿਆ, ਜਿਸ ਤਰ੍ਹਾਂ ਕਿ ਵਿਦਿਆ ਜਿਹੜੀ ਪੜ੍ਹ ਲਈ ਹੈ ਉਸ ਨੂੰ ਪੜ੍ਹ ਕਰਕੇ ਪਰਉਪਕਾਰ ਦਾ ਕਾਰਜ ਕਰੋ, ਸ਼ੁਭ ਕਰਮ ਕਰੋ। ਨਹੀਂ ਤਾਂ ਨਹੀਂ ਕੀਤਾ ਅਤੇ ਉਹਨਾਂ ਨੂੰ ਕਹਿ ਦਿੱਤਾ ਸਤਿਗੁਰਾਂ ਨੇ ਕਿ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਗੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸੋ ਇਸ ਤਰ੍ਹਾਂ ਦੇ ਵੀ ਬਚਨ ਆਏ ਸਤਿਗੁਰੂ ਸਾਹਿਬ ਜੀ ਦੇ ਕਿ ਪੜ੍ਹਨਾ ਕੀ ਹੋ ਜਾਏਗਾ ਪੜ੍ਹਨ ਦੇ ਨਾਲ, ਕਿਉਂਕਿ ਸ਼ੁਭ ਕਾਰਜ ਜੋ ਕਰਨਾ ਸੀ ਸੋ ਉਹ ਨਹੀਂ ਕੀਤਾ ਅਤੇ ਸਿਰਫ ਪੜ੍ਹਨ ਦੇ ਨਾਲ ਕੀ ਹੋਏਗਾ। ਕਿਉਂਕਿ ਪੜ੍ਹਿਆ ਅਨਪੜ੍ਹਿਆ ਪਰਮਗਤ ਜਿਹਨੂੰ ਪ੍ਰਾਪਤ ਕਰ ਲੈਂਦੇ ਹਨ, ਅਤੇ ਉਹ ਕਿਉਂਕਿ ਪਰਮਾਰਥ ਦੇ ਅੰਦਰ ਚੱਲਿਆ, ਅਤੇ ਭਾਵੇਂ ਉੱਥੇ ਪੜ੍ਹਿਆ ਨਹੀਂ ਵੀ ਹੈ ਉਹ ਵੀ ਚੱਲਦਾ ਹੈ, ਨਾਮ ਸਿਮਰਨ ਅਭਿਆਸੀ ਹੈ। ਸੋ ਸ਼ਾਸਤਰਾਂ ਨੇ ਵੀ ਦੱਸਿਆ, ਕਹਿੰਦੇ ਜਿਹ ਨਿਜ ਮਤ ਕਿਸ ਨਾਹਿ, ਸ਼ਾਸਤਰ ਤਿਹ ਕੋ ਕਿਆ ਕਰੈ।
ਕਹਿੰਦੇ ਜਿਨ੍ਹਾਂ ਦੀ ਆਪਣੀ ਬੁੱਧੀ ਨਹੀਂ ਹੈ ਉਹਨਾਂ ਨੂੰ ਸ਼ਾਸਤਰ ਕਿਆ ਕਰ ਸਕਦਾ, ਕੀ ਕਰ ਸਕਦਾ ਹੈ। ਸੋ ਇਸ ਪ੍ਰਕਾਰ ਜਿਸੇ ਸ਼ਾਸਤਰਾਂ ਨੂੰ ਨਿਜ ਗਿਆਨ ਵਾਸਤੇ ਪੜ੍ਹੇ ਤੇ ਆਪਣੀ ਬੁੱਧੀ ਦੇ ਨਾਲ ਉਸ ਨੂੰ ਵਿਚਾਰੇ ਕਿ ਸ਼ੁਭ ਮਾਰਗ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਰੇ। ਕਹਿੰਦੇ ਅਸਲ ਦੇ ਅੰਦਰ ਉਹੀ ਹੈ ਨਿਜ ਬੁੱਧੀ, ਤੇ ਉਸ ਦੇ ਨਾਲ ਹੀ ਮਨੁੱਖ ਪੜ੍ਹ ਕਰਕੇ ਸ਼ੁਭ ਅਸ਼ੁਭ ਨੂੰ ਜਾਣ ਲੈਂਦਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਹਨ ਗੁਰਬਾਣੀ ਦੇ ਅੰਦਰ ਵੀ। ਸੋ ਇਸ ਤਰ੍ਹਾਂ ਜੋ ਹੈ ਕਿਉਂਕਿ ਰੂਪ ਦਰਬ ਅਧਿਕਾਰ ਕੋ ਕਿਆ ਪ੍ਰਾਪਤ ਹੋਵੇ ਆਂਦਾ। ਕਹਿੰਦੇ ਜਿਹੜੇ ਜਿਸ ਤਰ੍ਹਾਂ ਅੰਨਾ ਪੁਰਸ਼ ਹੈ ਤੇ ਉਸਨੂੰ ਕੀ ਕਾਲੇ ਗੋਰੇ ਦਾ ਜਾਂ ਇਸ ਤਰ੍ਹਾਂ ਆਪਣੇ ਰੂਪ ਦਾ ਕੀ ਦਰਪਣ ਕੋਲ ਜਾ ਕਰਕੇ ਪਤਾ ਲੱਗੇਗਾ, ਭਾਵ ਕੁਝ ਨਹੀਂ ਪਤਾ ਲੱਗਦਾ ਹੈ। ਸੋ ਵਿਦਿਆ ਤੋਂ ਬਿਨਾਂ ਮਨੁੱਖ ਜਿਹੜਾ ਸੋਭਦਾ ਵੀ ਨਹੀਂ ਹੈ। ਵਿਦਿਆ ਬਿਨ ਸੋਭਤ ਨਹੀਂ, ਜਿਉਂ ਕੇਸੂ ਬਿਨ ਗੰਧ ਸ਼ਾਸਤਰਾਂ ਦੇ ਵਿੱਚ ਆਇਆ ਕਿ ਵਿਦਿਆ ਤੋਂ ਬਿਨਾਂ ਮਨੁੱਖ ਸੋਭਦਾ ਨਹੀਂ, ਸ਼ਿਸ਼ਰੇ ਦੇ ਫੁੱਲ ਵਾਂਗ ਲੱਗਦਾ ਹੈ, ਦੇਖਣ ਦੇ ਵਿੱਚ ਸੁਗੰਧੀ ਹੈ, ਇਸ ਦੇ ਅੰਦਰ ਇਸ ਪ੍ਰਕਾਰ ਪ੍ਰਤੀਤ ਹੁੰਦਾ, ਪਰ ਜਦੋਂ ਜਾਈਏ ਉਹਦੇ ਕੋਲ ਕੁਝ ਨਹੀਂ ਹੈ, ਸੁਗੰਧੀ ਨਹੀਂ ਹੈ। ਸੋ ਇਸ ਪ੍ਰਕਾਰ ਜਗਤ ਦੇ ਅੰਦਰ ਵਿਦਵਾਨ ਲੋਕ ਬੜੇ ਸੋਭਦੇ ਹਨ, ਸੋਭਨੀਕ ਹੁੰਦੇ ਨੇ, ਚੰਗੇ ਲੱਗਦੇ ਹਨ। ਸੋ ਇਹ ਗੁਰਬਾਣੀ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਵੀ ਤੇ ਇਤਿਹਾਸ ਦੇ ਅੰਦਰ ਆਪਾਂ ਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਵਿਦਿਆ ਬਹੁਤ ਜ਼ਰੂਰੀ ਹੈ। ਕਿਉਂਕਿ ਵਿਦਿਆ ਪੜ੍ਹਿਆ ਮਨੁੱਖ ਉੱਥੇ ਚਲਿਆ ਜਾਂਦਾ ਜਿੱਥੇ ਬਹੁਤ ਵੱਡੇ ਜਿਹੜੇ ਧਨੀ ਲੋਕ ਹਨ, ਧਨਾਢ ਲੋਕ, ਉਹ ਵੀ ਨਹੀਂ ਜਾ ਸਕਦੇ। ਤੇ ਜਿਸ ਤਰ੍ਹਾਂ ਚਣਾਕੇ ਗ੍ਰੰਥ ਦੇ ਅੰਦਰ ਲਿਖਿਆ ਹੈ ਕਿ ਜਬ ਲਗ ਵਿਦਿਆ ਤਬ ਲਗ ਵਿਦਿਆ ਕੋ ਪੜੋ, ਜਬ ਲਗ ਘਟ ਮਹਿ ਪ੍ਰਾਨ, ਜਾਹਿ ਧਨੀ ਪਹੁੰਚਤੇ ਨਹੀਂ ਤਹ ਪਹੁੰਚੈ ਵਿਦਵਾਨ। ਕਹਿੰਦੇ ਉਦੋਂ ਤੱਕ ਵਿਦਿਆ ਪੜ੍ਹਨੀ ਚਾਹੀਦੀ ਹੈ ਜਦੋਂ ਤੱਕ ਹਿਰਦੇ ਵਿੱਚ ਪ੍ਰਾਣ ਹੈ, ਤੇ ਹਿਰਦੇ ਦੇ ਵਿੱਚ ਪ੍ਰਾਣ ਉਦੋਂ ਤੱਕ ਵਿਦਿਆ ਪੜ੍ਹਨੀ ਚਾਹੀਦੀ ਹੈ। ਤੇ ਜਿੱਥੇ ਧਨੀ ਪੁਰਸ਼ ਨਹੀਂ ਜਾ ਸਕਦਾ, ਬਹੁਤੇ ਜਿਨ੍ਹਾਂ ਕੋਲ ਧਨ ਪਦਾਰਥ ਹੈ, ਉੱਥੇ ਵਿਦਵਾਨ ਲੋਕ ਚਲੇ ਜਾਂਦੇ ਨੇ। ਜਿਸ ਤਰ੍ਹਾਂ ਹੁਣ ਵਿਦਿਆ ਪੜ੍ਹੀ ਲੋਕ ਚੰਦਰਮਾ 'ਤੇ ਪਹੁੰਚ ਗਏ। ਹੁਣ ਧਨਾਢ ਬੜੇ ਪੈਸੇ ਵਾਲੇ ਮਨੁੱਖ ਨੇ, ਉਹ ਥੋੜ੍ਹੀ ਚੰਦਰਮਾ 'ਤੇ ਗਏ ਹਨ। ਜਿਨ੍ਹਾਂ ਨੇ ਵਿਦਿਆ ਪੜ੍ਹੀ ਹੈ, ਵਿਦਵਾਨ ਨੇ, ਜਾਣੂ ਹਨ ਉਸ ਚੀਜ਼ ਦੇ, ਸੋ ਉਹਨਾਂ ਨੇ ਜੋ ਸੰਘਰਸ਼ ਕੀਤਾ ਹੈ ਉਹਨੇ ਚੰਦਰਮਾ 'ਤੇ ਗਏ। ਸੋ ਇਸ ਪ੍ਰਕਾਰ ਗ੍ਰੰਥਾਕਾਰਾਂ ਨੇ ਕਿਹਾ, ਕਹਿੰਦੇ ਵਿਦਵਾਨ ਲੋਕ ਉੱਥੇ ਜਾ ਸਕਦੇ ਹਨ ਜਿੱਥੇ ਕੋਈ ਧਨਵਾਨ ਪੁਰਸ਼ ਵੀ ਨਹੀਂ ਜਾਂਦਾ ਹੈ। ਇਸ ਤਰ੍ਹਾਂ ਜਿਹੜੀ ਵਿਦਿਆ ਦੀ ਮਹਾਨਤਾ ਹੈ। ਸੋ ਸੁਖੀ ਵਿਦਿਆ ਨੂੰ ਪੜ੍ਹਨਾ ਕਿਹਨਾਂ ਨੇ, ਜਿਸ ਤਰ੍ਹਾਂ ਕਿ ਕਿਹੜੇ ਮਨੁੱਖ ਪੜ੍ਹ ਸਕਦੇ ਨੇ, ਉਹ ਵੀ ਦੱਸਿਆ ਗ੍ਰੰਥਾਂ ਦੇ ਵਿੱਚ। ਜਿਸ ਤਰ੍ਹਾਂ ਸੁਖੀ ਵਿਆਦੀ ਆਲਸੀ ਕੁਮਤ ਰਸਕ ਬਹੁ ਸੋਏ, ਤਿੰਨ ਅਧਿਕਾਰ ਨਾ ਸ਼ਾਸਤਰ ਕੋ ਖਟ ਦੋਸੀ ਜਨ ਜੋਏ। ਕਹਿੰਦੇ ਜਿਨ੍ਹਾਂ ਦੇ ਵਿੱਚ 6 ਵਿਕਾਰ ਹੋਵੇ, ਕਹਿੰਦੇ ਉਹ ਵਿਦਿਆ ਨਹੀਂ ਪੜ੍ਹ ਸਕਦੇ ਨੇ। ਸੁਖੀ ਹੋਵੇ, ਬਹੁਤਾ ਸੁੱਖ ਹੋਵੇ ਕੋਲ, ਵਿਆਦੀ ਭੈੜਾ ਕੋਈ ਭਿਆਨਕ ਰੋਗ ਲੱਗਿਆ ਹੋਵੇ, ਆਲਸੀ ਹੋਵੇ, ਭੈੜੀ ਬੁੱਧੀ ਵਾਲਾ ਹੋਵੇ, ਤੇ ਬਹੁਤ ਖਾਣ ਪੀਣ ਦੇ ਵਿੱਚ ਰਸਾ ਕਸਾ ਦੇ ਵਿੱਚ ਲੱਗਿਆ ਰਹੇ, ਸੇ ਬਹੁਤੇ ਸੌਣ ਵਾਲਾ ਹੋਵੇ। ਸੁਖੀ ਵਿਆਦੀ ਆਲਸੀ ਕੁਮਤ ਰਸਕ ਬਹੁ ਸੋਏ। ਕਹਿੰਦੇ ਤਿੰਨ ਅਧਿਕਾਰ ਨਾ ਸ਼ਾਸਤਰ ਕੋ ਖੜ ਦੋਸ਼ੀ ਜਨ ਜੋਏ। ਜਿਨ੍ਹਾਂ ਦੇ ਵਿੱਚ 6 ਦੋਸ਼ ਆ, ਕਹਿੰਦੇ ਉਹਨਾਂ ਨੂੰ ਸ਼ਾਸਤਰ ਗ੍ਰੰਥ ਪੜ੍ਹਨ ਦਾ ਅਧਿਕਾਰ ਹੀ ਹੈ ਨਹੀਂ। ਸੋ ਇਸ ਪ੍ਰਕਾਰ ਅਧਿਕਾਰ ਉਹਨਾਂ ਨੂੰ ਹੈ ਜੇ ਨਿਜ ਕਸ ਮਤ ਆਹੇ, ਜਿਨ੍ਹਾਂ ਦੀ ਆਪਣੀ ਬੁੱਧੀ ਹੈ। ਤੇ ਜਿਨ੍ਹਾਂ ਦੀ ਆਪਣੀ ਬੁੱਧੀ ਨਹੀਂ ਹੈ, ਕਹਿੰਦੇ ਸ਼ਾਸਤਰ ਤੇ ਕੋ ਕਿਆ ਕਰੇ, ਉਸਨੂੰ ਸ਼ਾਸਤਰ ਕੀ ਕਰ ਲਏਗਾ। ਸੋ ਇਸ ਪ੍ਰਕਾਰ ਗੁਰੂ ਸਾਹਿਬਾਨਾਂ ਨੇ ਇਤਿਹਾਸ ਦੇ ਅੰਦਰ ਆਪਾਂ ਨੂੰ ਇਹੀ ਸਿੱਖਿਆ ਦਿੰਦੇ ਹਨ ਕਿ ਪੜ੍ਹਾਈ, ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰ ਹੈ। ਜਿੱਥੇ ਸੰਸਾਰਿਕ ਵਿਦਿਆ ਪੜ੍ਹਾਉਂਦੇ ਹਾਂ 12 ਸਾਲ 15 ਸਾਲ, ਉੱਥੇ ਅਧਿਆਤਮਿਕ ਮਾਰਗ ਜੋ ਜਿਹੜੀ ਵਿਦਿਆ ਹੈ, ਗੁਰਬਾਣੀ ਹੈ, ਧਾਰਮਿਕ ਗ੍ਰੰਥ ਸ਼ਾਸਤਰ ਨੇ, ਇਹ ਵੀ ਮਨੁੱਖ ਨੂੰ ਜਿਹੜੀ ਵਿਦਿਆ ਪੜ੍ਹ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਕਿਸੇ ਪ੍ਰਕਾਰ ਦਾ ਅਗਿਆਨਤਾ ਨਾ ਹੋਵੇ ਮਨ ਦੇ ਅੰਦਰ। ਸੋ ਕਿਉਂਕਿ ਗੁਰੂ ਸਾਹਿਬਾਨ ਨੇ ਆਪ ਹੀ ਜਿਹੜੀ ਹੈ ਵਿਦਿਆ ਦੀ ਬੜੀ ਵਡਿਆਈ ਕੀਤੀ ਹੈ। ਜਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕਰਕੇ ਦੁਸ਼ਮਣ ਬੈਠੇ ਸਨ, ਮੁਗਲ ਫੌਜਾਂ, ਪਹਾੜੀ ਰਾਜੇ ਜਿਹੜੇ ਸਨ,
ਜ਼ਬਰਦਸਤ ਖਾਂ ਵਰਗੇ ਤੇ 22 ਧਾਰ ਦੇ ਸਾਰੇ ਰਾਜੇ ਬਾਹਰ ਬੈਠੇ ਸਨ ਸਿੰਮਲ ਦੇ ਰੁੱਖ ਥੱਲੇ। ਤੇ ਉਸ ਵਕਤ ਮਹਾਰਾਜ ਸਾਹਿਬ ਜੀ ਨੇ ਤੀਰ ਚਲਾ ਕਰਕੇ ਤੇ ਜਦੋਂ ਸਿੰਮਲ ਦੇ ਦਰਖਤ ਉੱਤੇ ਤੀਰ ਜਾ ਕੇ ਲੱਗਿਆ ਤੇ ਉਹਨਾਂ ਨੂੰ ਤੀਰ ਜਦੋਂ ਦੇਖਿਆ ਕਹਿੰਦੇ ਆਪਾਂ ਤਾਂ ਮਾਰ ਤੋਂ ਬਾਹਰ ਬੈਠੇ ਹਾਂ, ਜਿੱਥੇ ਤੱਕ ਮਾਰ ਨਾ ਤੀਰ ਨਾ ਪਹੁੰਚ ਸਕੇ। ਕਹਿੰਦੇ ਗੁਰੂ ਸਾਹਿਬ ਜੀ ਦੇ ਵਿੱਚ ਅਜ਼ਮਤਾਂ ਹਨ, ਸ਼ਕਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ, ਤਾਂ ਕਰਕੇ ਤੀਰ ਇੱਥੇ ਤੱਕ ਆ ਗਈ ਹੈ, ਜਾਂ ਇੱਥੇ ਤੱਕ ਤਾਂ ਮਾਰ ਇਹ ਤੀਰ ਦਾ ਇੱਥੇ ਮਾਰ ਹੀ ਹੈ ਨੇ ਇੱਥੇ ਤੱਕ ਜਿੱਥੇ ਆਪਾਂ ਬੈਠੇ ਹਾਂ, ਇਹ ਤਾਂ ਸ਼ਕਤੀ ਹੈ ਗੁਰੂ ਸਾਹਿਬ ਜੀ ਵਿੱਚ। ਫਿਰ ਮਹਾਰਾਜ ਜੀ ਨੇ ਇੱਕ ਹੋਰ ਤੀਰ ਚਲਾ ਕਰਕੇ ਤੇ ਉਹਦੇ ਵਿੱਚ ਚਿੱਠੀ ਲਿਖ ਕਰਕੇ ਭੇਜੀ ਕਿ ਇਹ ਉਸ ਦੇ ਅੰਦਰ ਲਿਖਿਆ ਸਤਿਗੁਰਾਂ ਨੇ ਕਿ ਇਹ ਜਿਹੜੀ ਹੈ ਇਹ ਵਿੱਦਿਆ ਦੀ ਕਮਾਈ ਹੈ, ਵਿੱਦਿਆ ਦਾ ਅਭਿਆਸ ਹੈ। ਕਹਿੰਦੇ ਇਹ ਸ਼ਕਤੀ ਨਹੀਂ ਹੈ, ਇਹ ਤਾਂ ਮੈਂ ਵਿੱਦਿਆ ਸਿੱਖੀ ਸੀ, ਸੋ ਇਹ ਵਿੱਦਿਆ ਦਾ ਅਭਿਆਸ ਕਰਨ ਦੇ ਨਾਲ ਇਹ ਫਲ ਹੈ, ਵਿੱਦਿਆ ਦਾ ਫਲ ਹੈ। ਕਹਿੰਦੇ ਕਿਸੇ ਪ੍ਰਕਾਰ ਦੀ ਕੋਈ ਸ਼ਕਤੀ ਨਹੀਂ ਹੈ। ਉੱਥੇ ਵਿੱਦਿਆ ਦੀ ਮਹਾਨਤਾ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪ ਕੀਤੀ ਹੈ ਵਡਿਆਈ, ਕਿ ਇਹ ਵਿੱਦਿਆ ਪੜ੍ਹਨ ਦੇ ਨਾਲ ਹੀ ਗੁਣ ਆਉਂਦੇ ਹਨ। ਸੋ ਇਸ ਪ੍ਰਕਾਰ ਜਦੋਂ ਤੀਰ ਛੱਡਿਆ ਤੇ ਪਾਵੇ ਨੂੰ ਜਾ ਕਰਕੇ ਲੱਗਿਆ ਤੇ ਉਸ ਵਕਤ ਉਹਨਾਂ ਨੇ ਪੜ੍ਹ ਕਰਕੇ ਸੋ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਦੇਖੋ ਆਪਣੇ ਆਪ ਨੂੰ ਸਰਬੱਗ ਜੋ ਸ਼ਕਤੀਮਾਨ ਨੇ ਵਿੱਦਿਆ ਦੀ ਮਹਾਨਤਾ ਦੇ ਰਹੇ ਹਨ। ਕਿੰਨੀ ਜਿਹੜੀ ਚੰਗੀ ਚੀਜ਼ ਹੈ ਵਿੱਦਿਆ ਪੜ੍ਹਨ ਦੇ ਨਾਲ, ਕਿੰਨਾ ਅਭਿਆਸ ਦੇ ਨਾਲ ਕੀ ਕੁਝ ਹੋ ਸਕਦਾ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੀ ਵਡਿਆਈ ਹੈ ਤੇ ਉਹ ਆਪਾਂ ਨੂੰ ਸਿੱਖਿਆ ਦਿੰਦੇ ਹਨ ਗੁਰਬਾਣੀ ਪੜ੍ਹਨ ਦੇ ਨਾਲ ਕਿ ਉੱਥੇ ਜਿੱਥੇ ਅਧਿਆਤਮਿਕ ਮਾਰਗ ਦੀ ਦੁਨੀਆ ਉਹ ਵੀ ਪੜ੍ਹਾਈ ਕਰ ਲੈਣੀ ਚਾਹੀਦੀ ਹੈ। ਗੁਰੂ ਸਾਹਿਬ ਜੀ ਆਪ ਗਏ ਪਾਂਦੇ ਕੋਲ ਪੜ੍ਹਨ ਵਾਸਤੇ, ਜਾਂ ਇਹ ਆਪਾਂ ਨੂੰ ਹੀ ਸਿੱਖਿਆ ਦਿੰਦੇ ਹਨ ਗੁਰੂ ਨਾਨਕ ਦੇਵ ਜੀ ਕਿ ਵਿੱਦਿਆ ਕਿਸ ਤਰ੍ਹਾਂ ਪੜ੍ਹੀ ਦੀ ਹੈ ਤੇ ਬਚਨ ਮੰਨ ਕਰਕੇ ਵਿੱਦਿਆ ਪੜ੍ਹਨੀ ਚਾਹੀਦੀ ਹੈ। ਸੋ ਇਸ ਪ੍ਰਕਾਰ ਗੁਰੂ ਸਾਹਿਬਾਨ ਆਪ ਸਿੰਘਾਂ ਨੂੰ ਪੜ੍ਹਨ ਵਾਸਤੇ ਕਾਸ਼ੀ ਭੇਜਦੇ ਰਹੇ ਹਨ। ਸੋ ਇਹ ਵਿੱਦਿਆ ਦੀ ਮਹਾਨਤਾ ਹੈ, ਕਿਉਂਕਿ ਅੱਜ ਕੱਲ੍ਹ ਦੇ ਸਮੇਂ ਅੰਦਰ ਕੋਈ ਪੜ੍ਹਨਾ ਨਹੀਂ ਚਾਹੁੰਦਾ ਤੇ ਉਹ ਪੜ੍ਹਾਈ ਦਾ ਖੰਡਨ ਕਰਨ ਲੱਗ ਪੈਂਦਾ ਹੈ। ਜਿਸ ਤਰ੍ਹਾਂ ਗੁਰਬਾਣੀ ਦੀਆਂ ਇੱਕ ਤੁਕਾਂ ਦੋ ਤੁਕਾਂ ਲੈ ਕਰਕੇ ਕਿ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਜਾਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਸੋ ਇਸ ਪ੍ਰਕਾਰ ਉਹ ਪੜ੍ਹਾਈ ਦਾ ਖੰਡਨ ਕਰਦੇ ਹਨ। ਪੜ੍ਹਨ ਦੇ ਨਾਲ ਕੀ ਹੁੰਦਾ, ਕਿਉਂਕਿ ਉਹਨਾਂ ਨੇ ਆਪ ਨਹੀਂ ਵਿੱਦਿਆ ਪੜ੍ਹੀ। ਸੋ ਗੁਰੂ ਸਾਹਿਬਾਨ ਤਾਂ ਆਪ ਹੀ ਦਮਦਮਾ ਸਾਹਿਬ ਦੇ ਵਿੱਚ ਵਰ ਦਿੱਤਾ, ਗੁਰਬਾਣੀ ਸਾਰੀ ਉਚਾਰਨ ਕਰਕੇ ਅਰਥਾਂ ਸਮੇਤ ਸਿੰਘਾਂ ਨੂੰ ਪੜ੍ਹਾਏ ਤੇ ਉੱਥੋਂ ਟਕਸਾਲਾਂ ਚੱਲੀਆਂ। ਸੋ ਇਸ ਪ੍ਰਕਾਰ ਆਪ ਸਤਿਗੁਰਾਂ ਨੇ ਪੜ੍ਹਨ ਪੜ੍ਹਾਉਣ ਵਾਸਤੇ ਕਿਹਾ। ਟਕਸਾਲਾਂ ਦੇ ਅੰਦਰ ਬਾਬਾ ਦੀਪ ਸਿੰਘ ਤੋਂ ਜੋ ਦਮਦਮੀ ਟਕਸਾਲ ਚੱਲੀ ਹੈ, ਸੋ ਇਸ ਤਰ੍ਹਾਂ ਭਾਈ ਮਨੀ ਸਿੰਘ ਤੋਂ ਸ੍ਰੀ ਅੰਮ੍ਰਿਤ ਸੰਪਰਦਾਇ ਜੋ ਚੱਲੀ ਹੈ। ਸੋ ਇਸ ਸੰਪਰਦਾਵਾਂ ਦੇ ਅੰਦਰ ਗਿਆਨੀ ਸਿੰਘ ਪੜ੍ਹ ਕਰਕੇ ਬਣਦੇ ਨੇ। ਸੋ ਆਪ ਗੁਰੂ ਸਾਹਿਬਾਨ ਸਿੱਖਿਆ ਦਿੰਦੇ ਰਹੇ ਹਨ ਪੜ੍ਹਨ ਪੜ੍ਹਾਉਣ ਵਾਸਤੇ। ਇਸ ਵਾਸਤੇ ਅੱਜ ਕੱਲ੍ਹ ਦੇ ਸਮੇਂ ਦੇ ਅੰਦਰ ਬਹੁਤ ਜ਼ਰੂਰੀ ਵਿੱਦਿਆ ਪੜ੍ਹਨੀ ਹੈ, ਕਿਉਂਕਿ ਇਲੈਕਟ੍ਰਾਨਿਕ ਮੀਡੀਆ ਦਾ ਯੁੱਗ ਹੈ, ਹਰ ਇੱਕ ਪਾਸੇ ਪੜ੍ਹਾਈ ਦੀ ਲੋੜ ਹੈ। ਜੇਕਰ ਕੋਈ ਸੱਤੇ ਆਦਿ ਵਿੱਚ ਵੀ ਜਾਂ ਕੋਈ ਜੋ ਹੈ ਪਦਵੀ 'ਤੇ ਬੈਠਣਾ ਜਾਂ ਕੋਈ ਵੀ ਕਾਰਜ ਕਰਨਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਮਨੁੱਖ। ਸੋ ਆਪਾਂ ਨੂੰ ਸਿੱਖਿਆ ਦਿੰਦੇ ਹਨ ਕਿ ਬੱਚਿਆਂ ਨੂੰ ਛੋਟੇ ਛੋਟੇ ਜੋ ਬੱਚੇ ਹੁੰਦੇ ਹਨ ਉਹਨਾਂ ਨੂੰ ਜ਼ਰੂਰ ਪੜ੍ਹਾਈ ਕਰਾਵੇ ਤੇ ਉਹਨਾਂ ਨੂੰ ਅਧਿਆਤਮਿਕ ਮਾਰਗ ਦੀ ਵੀ ਪੜ੍ਹਾਈ ਜੋ ਗੁਰਬਾਣੀ ਦੀ ਹੈ, ਕਿਉਂਕਿ ਜਦੋਂ ਤੱਕ ਵਿੱਦਿਆ ਨਹੀਂ ਪੜ੍ਹਾਉਂਦੇ, ਕਵੀ ਇਤਿਹਾਸ ਦੇ ਅੰਦਰ ਕਹਿੰਦੇ ਉਹ ਪਿਤਾ ਮਾਤਾ ਕਹਿੰਦੇ ਸ਼ਤਰੂ ਵਾਂਗ ਹਨ। ਉਹੀ ਬੱਚੇ ਦੇ ਮਾਤਾ ਪਿਤਾ ਨੇ ਜਿਹੜੇ ਬੜੇ ਪ੍ਰੇਮ ਕਰਦੇ ਨੇ, ਬਹੁਤ ਗੁਣੀ ਅਲਾਉਂਦੇ ਹਨ, ਕਹਿੰਦੇ ਹਨ ਆਪਣੇ ਆਪ ਨੂੰ, ਪਰ ਉਹ ਸ਼ਤਰੂ ਵਾਂਗ ਹੈ ਜਿਨ੍ਹਾਂ ਨੇ ਵਿੱਦਿਆ ਨਹੀਂ ਪੜ੍ਹਾਈ ਹੈ, ਕਿਉਂਕਿ ਸੰਸਾਰ ਦੇ ਅੰਦਰ ਉਸਦੀ ਸ਼ੋਭਾ ਵਡਿਆਈ ਨਹੀਂ ਹੁੰਦੀ ਹੈ। ਸੋ ਇਸ ਪ੍ਰਕਾਰ ਉਹੀ ਮਾਤਾ ਪਿਤਾ ਸ਼ਤਰੂ ਵਾਂਗ ਬਣ ਗਏ। ਸੋ ਇਸ ਪ੍ਰਕਾਰ ਦੀ ਜਿਹੜੀ ਸਿੱਖਿਆ ਆਪਾਂ ਨੂੰ ਗੁਰੂ ਸਾਹਿਬਾਨ ਦਿੰਦੇ ਹਨ।